बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। जी नाजरीन, अज दे विलाग दे विच आ एक खूबसूरत नौजवान लड़का आ जिहड़ा 23 फरवरी नूं उठदा आ, उठ के रोज़ा रखदा, नमाज पढ़दा। उस तो बाद इनू 2 गोलियां इहदी छाती दे विच मार के ते मार दिता जांदा और फिर जदों इनू हस्पताल लैके जांदे ने ये अपनी जान की बाजी हार जांदा। ये माँ प्यो का कल्ला ही पुत्र हुंदा ते इनू क्यों मारिया, उस बंदे की इहदे नाल की दुश्मनी सी ते किस वजह नाल मारिया, उहदी मुकम्मल तफसीलात अज दी इस वीडियो दे विच मैं तुहाडे नाल शेयर करांगा। ये वाक़या जिहड़ा गुजरात दा आ, गुजरात दा इलाका लाला मूसा, उत्थे दा ये वाक़या आ। उत्थे एक फैमिली रहिंदी आ, उस फैमिली दे सरबराह दा नाम शेख जुल्फकार। शेख जुल्फकार ਜਿਹੜੇ ਨੇ ਇਹ 4 ਭਾਈ ਨੇ। ਇਹ 4 ਭਾਈਆਂ ਚੋਂ ਇੱਕ ਸਿਰਫ ਸ਼ੇਖ ਜ਼ੁਲਫਕਾਰ ਆ ਜਿਹਦੇ ਘਰ ਇੱਕ ਬੇਟਾ ਔਰ 3 ਬੇਟੀਆਂ, ਸਿਰਫ ਇਕਲੌਤਾ ਬੇਟਾ, ਇਕੱਲਾ ਹੀ ਪੋਤਾ ਮਾਂ ਪਿਓ ਦਾ। ਬਾਕੀ ਜਿਹੜੇ 3 ਭਰਾ ਨੇ ਉਹਨਾਂ ਕੋਲ ਸਿਰਫ ਬੇਟੀਆਂ ਹੀ ਬੇਟੀਆਂ, ਅੱਲਾ ਨੇ ਬੇਟਾ ਕਿਸੇ ਨੂੰ ਵੀ ਨਹੀਂ ਦਿੱਤਾ ਹੈਗਾ। ਯਾਨੀ ਖਾਨਦਾਨ ਦਾ ਵਿਰਾਸਤ ਦਾ ਇਕੱਲਾ ਹੀ ਮਾਲਕ ਆ। 4 ਭਰਾਵਾਂ ਦਾ ਸਮਝੋ ਕਿ ਇੱਕੋ ਹੀ ਪੁੱਤਰ ਆ ਜਿਹੜਾ ਸ਼ੇਖ ਜ਼ੁਲਫਕਾਰ ਨੂੰ ਦਿੱਤਾ, ਬਾਕੀ ਸਾਰੇ ਭਰਾਵਾਂ ਦੇ ਬੇਟੀਆਂ ਨੇ। ਸ਼ੇਖ ਜ਼ੁਲਫਕਾਰ ਦਾ ਜਿਸ ਵੇਲੇ ਅਬਦੁੱਲਾ ਜਵਾਨ ਹੁੰਦਾ, ਜਿਹਦੀ ਉਮਰ 24 ਸਾਲ ਆ, ਹੁਣ ਕਹਿੰਦੇ ਨੇ ਕਿ ਇਹ ਕਿਤੇ ਨੌਕਰੀ ਕਰ ਲਵੇ। ਇਹ ਖੈਰ ਨੌਕਰੀ ਨੂੰ ਨਹੀਂ ਮਿਲਦੀ। ਇੱਕ ਲਾਲੇ ਮੂਸੇ ਉੱਥੇ ਅਵੈਸ ਸਾਗਰ ਦਾ ਰੈਂਟ ਤੇ ਕਾਰ ਆ, ਕਾਰਾਂ ਦਾ ਸ਼ੋਰੂਮ ਆ, ਉੱਥੇ ਇਹ ਅੱਜ ਤੋਂ 6 ਮਹੀਨੇ ਪਹਿਲਾਂ ਨੌਕਰੀ ਕਰ ਲੈਂਦਾ। ਇਹ ਬੜਾ ਮਿਹਨਤੀ ਬੰਦਾ ਹੁੰਦਾ, ਬੜਾ ਦਿਲਚਸਪੀ ਦੇ ਨਾਲ ਕੰਮ ਕਰਦਾ। ਜਿਹੜਾ ਅਵੈਸ ਸਾਗਰ ਆ ਸ਼ੋਰੂਮ ਦਾ ਮਾਲਕ, ਉਹ ਇਹਦੇ ਕੰਮ ਤੇ ਬੜਾ ਮੁਤਮਿਨ ਹੁੰਦਾ। ਜਿਹੜਾ ਵੀ ਉਹਨੂੰ ਕੰਮ ਕਹਿੰਦਾ ਬੜੇ ਟਾਈਮ ਦੇ ਨਾਲ ਕਰਦਾ, ਪਾਬੰਦੀ ਦੇ ਨਾਲ ਕਰਦਾ। ਪਿਕ ਐਂਡ ਡਰਾਪ ਜਿਹੜਾ ਵੀ ਹੁੰਦਾ ਉਹ ਬਿਹਤਰੀਨ ਡਿਊਟੀ ਕਰਦਾ। ਇਹ ਤੋਂ ਅਵੈਸ ਸਾਗਰ ਜਿਹੜਾ ਬੜਾ ਮੁਤਮਿਨ ਹੁੰਦਾ। ਹੁਣ ਵਾਕਿਆ ਇਸ ਤਰ੍ਹਾਂ ਕਿ 23 ਫਰਵਰੀ ਨੂੰ 5ਵੇਂ ਰੋਜ਼ੇ ਨੂੰ ਇਹ ਉੱਠਦਾ, ਉੱਠ ਕੇ ਸਹਿਰੀ ਕਰਦਾ। ਇਹਦੀ ਮਾਂ ਇਹਨੂੰ ਉਠਾਉਂਦੀ ਆ, ਸਹਿਰੀ ਕਰਦਾ, ਰੋਜ਼ਾ ਰੱਖਦਾ ਔਰ ਉਸ ਤੋਂ ਬਾਅਦ ਨਮਾਜ਼ ਪੜ੍ਹਦਾ। ਤੇ ਸੁਬਾਹ 6:10 ਤੇ ਇੱਕ ਬੰਦਾ ਦਰਵਾਜ਼ੇ ਤੇ ਆਉਂਦਾ ਔਰ ਆ ਕੇ ਦਰਵਾਜ਼ਾ ਖੜਕਾਉਂਦਾ। ਇਹਦੀ ਵਾਲਦਾ ਜਾਂਦੀ ਆ, ਦਰਵਾਜ਼ਾ ਖੋਲ੍ਹਦੀ। ਹਾਂਜੀ ਕੌਣ? ਉਹ ਕਹਿੰਦਾ ਕਿ ਮੈਂ ਜ਼ੀਸ਼ਾਨ ਉਰਫ ਸ਼ਾਨੀ ਭੱਟ, ਮੈਂ ਅਬਦੁੱਲਾ ਨੂੰ ਮਿਲਣ ਆਇਆ। ਅਬਦੁੱਲਾ ਮੇਰਾ ਦੋਸਤ ਆ ਤੇ ਉਹਨੂੰ ਜ਼ਰਾ ਬਾਹਰ ਭੇਜਣਾ। ਇਹਦੀ ਵਾਲਦਾ ਆਵਾਜ਼ ਮਾਰਦੀ ਆ, ਅਬਦੁੱਲਾ ਬਾਹਰ ਤੇਰਾ ਕੋਈ ਦੋਸਤ ਆਇਆ ਤੈਨੂੰ ਮਿਲਣ ਵਾਸਤੇ, ਬਾਹਰ ਆ ਜਾ। ਅਬਦੁੱਲਾ ਜਿਹੜਾ ਬਾਹਰ ਆਂਦਾ, ਮਾਂ ਇਹਦੀ ਜਿਹੜੀ ਆ ਵਾਪਸ ਚਲ ਜਾਂਦੀ ਆ ਔਰ ਅਬਦੁੱਲਾ ਨੂੰ ਸ਼ਾਨੀ ਜਿਹੜਾ ਉਹ ਕਹਿੰਦਾ ਕਿ ਯਾਰ ਮੈਨੂੰ ਤੇਰੇ ਨਾਲ ਕੰਮ ਆ, ਆ ਜਾ ਜ਼ਰਾ ਸ਼ੋਰੂਮ ਤੇ ਚੱਲੀਏ। ਉਹ ਕਹਿੰਦਾ ਕਿ ਤੈਨੂੰ ਸੁਬਾਹ ਕਿਹੜਾ ਕੰਮ ਪੈ ਗਿਆ? ਉਹ ਕਹਿੰਦਾ ਥੋੜ੍ਹਾ ਜਿਹਾ ਜ਼ਰਾ ਜ਼ਰੂਰੀ ਕੰਮ ਆ, ਜਾ ਸ਼ੋਰੂਮ ਤੇ ਚੱਲਦੇ, ਉੱਥੇ ਬਹਿ ਕੇ ਗੱਪਸ਼ੱਪ ਲਾਉਂਦੇ ਆ। ਹੁਣ ਇਹ ਅਬਦੁੱਲਾ ਨੂੰ ਲੈ ਕੇ ਜ਼ੀਸ਼ਾਨ ਉਰਫ ਸ਼ਾਨੀ ਭੱਟ ਅਵੈਸ ਸਾਗਰ ਦੇ ਸ਼ੋਰੂਮ ਤੇ ਚਲੇ ਜਾਂਦੇ ਨੇ। ਜਿਸ ਵੇਲੇ ਉੱਥੇ ਜਾਂਦੇ ਨੇ ਇਹਨਾਂ ਦੇ ਦਰਮਿਆਨ ਕੋ ਤਲਖ ਕਲਾਮੀ ਹੋ ਜਾਂਦੀ ਆ ਔਰ ਲੜਾਈ ਝਗੜਾ ਸ਼ੁਰੂ ਹੋ ਜਾਂਦਾ। ਮੇਰਾ ਤਾਂ ਖਿਆਲ ਇਹ ਆ ਕਿ ਇਹ ਪਲਾਨਿੰਗ ਬਣਾ ਕੇ ਆਇਆ। ਜਿਹੜਾ ਆਪਣੇ ਕੋਲ ਪਿਸਟਲ ਲੈ ਕੇ ਆਇਆ, ਉਹ ਜੋ ਹੀ ਪਿਸਟਲ ਕੱਢ ਕੇ ਤੇ 2 ਗੋਲੀਆਂ ਅਬਦੁੱਲਾ ਦੇ ਛਾਤੀ ਦੇ ਉੱਤੇ ਮਾਰ ਦਿੰਦਾ। ਅਬਦੁੱਲਾ ਜਿਹੜਾ ਮੌਕੇ ਤੇ ਗਿਰ ਜਾਂਦਾ ਔਰ ਆਪ ਜਿਹੜਾ ਦੌੜ ਜਾਂਦਾ, ਫਰਾਰ ਹੋ ਜਾਂਦਾ। ਉੱਥੇ ਬੜਾ ਮਜਮਾ ਇੱਕ ਲੱਗ ਜਾਂਦਾ। ਸ਼ੋਰੂਮ ਤੇ ਜਿੰਨੇ ਵੀ ਮੁਲਾਜ਼ਮ ਹੁੰਦੇ ਨੇ, ਆਸ-ਪਾਸ ਤੇ ਜਿੰਨੇ ਵੀ ਲੋਕ ਖੜੇ ਹੁੰਦੇ ਨੇ, ਸਾਰੇ ਹੀ ਦੌੜ ਕੇ ਉੱਥੇ ਪਹੁੰਚ ਜਾਂਦੇ ਨੇ ਮੌਕੇ ਤੇ। ਔਰ ਜਦੋਂ ਦੇਖਦੇ ਨੇ ਕਿ ਇਹ ਤਾਂ ਅਬਦੁੱਲਾ ਆ, ਉਹਨੂੰ ਇੱਕ ਬੰਦਾ ਦੌੜਦਾ ਜਾ ਕੇ ਪਾਣੀ ਲਿਆਉਂਦਾ, ਲਿਆ ਕੇ ਤੇ ਉਹਨੂੰ ਪਿਲਾਉਣ ਲੱਗਦਾ। ਉਹ ਕਹਿੰਦਾ ਕਿ ਮੇਰਾ ਰੋਜ਼ਾ ਆ ਤੇ ਮੈਂ ਰੋਜ਼ਾ ਨਹੀਂ ਤੋੜਨਾ, ਤੁਸੀਂ ਮੈਨੂੰ ਹਸਪਤਾਲ ਲੈ ਜਾਓ। ਹੁਣ ਤੁਸੀਂ ਇੱਥੇ ਕੀ ਕਹੋਗੇ ਕਿ ਰੋਜ਼ਾ ਤੋੜ ਦੇਣਾ ਚਾਹੀਦਾ ਸੀ ਜਾਂ ਨਹੀਂ? ਇਹਦੇ ਬਾਰੇ 'ਚ ਵੀ ਤੁਸੀਂ ਦੱਸਣਾ। ਆਵਾਮ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਇਕੱਠੀ ਹੋ ਜਾਂਦੀ ਆ। ਇੱਕ ਬੰਦਾ ਹੁੰਦਾ ਉੱਥੋਂ 15 ਤੇ ਕਾਲ ਕਰ ਦਿੰਦਾ। ਪੁਲਿਸ ਜਿਹੜੀ ਆ ਥਾਣਾ ਲਾਲਾ ਮੂਸਾ ਦੀ ਮੌਕੇ ਤੇ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਉਹਦੇ ਘਰ ਇਤਲਾਹ ਕੀਤੀ ਜਾਂਦੀ ਆ ਉਹਦੇ ਵਾਲਦੈਨ ਨੂੰ ਕਿ ਤੇਰੇ ਬੱਚੇ ਅਬਦੁੱਲਾ ਨੂੰ ਚੁੱਕ ਕੇ ਹਸਪਤਾਲ ਲੈ ਗਏ ਆ ਤੇ ਉੱਥੇ ਪਹੁੰਚ ਜਾਓ।
ਉਸ ਤੋਂ ਬਾਅਦ 1122 ਨੂੰ ਵੀ ਕਾਲ ਕੀਤੀ ਜਾਂਦੀ ਆ, ਉਹ ਚੁੱਕ ਕੇ ਤੇ ਉਹਨੂੰ ਹਸਪਤਾਲ ਲੈ ਜਾਂਦੇ ਨੇ। ਜਿਸ ਵੇਲੇ ਉੱਥੇ ਡਾਕਟਰ ਇਹਦਾ ਚੈੱਕਅਪ ਕਰਦੇ ਨੇ, ਮੁਆਇਨਾ ਕਰਦੇ ਨੇ, ਡਾਕਟਰ ਕਹਿੰਦੇ ਨੇ ਬਹੁਤ ਦੇਰ ਹੋ ਚੁੱਕੀ, ਅਬਦੁੱਲਾ ਜਿਹੜਾ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ। ਉਸ ਤੋਂ ਬਾਅਦ ਵਾਲਦੈਨ ਵੀ ਪਹੁੰਚ ਜਾਂਦੇ ਨੇ, ਮਾਵਾਂ ਭੈਣਾਂ ਵੀ ਪਹੁੰਚ ਜਾਂਦੀਆਂ ਨੇ। ਮਾਂ ਔਰ ਭੈਣਾਂ ਫਿਰ ਰੋਣਾ ਪਿੱਟਣਾ ਉੱਥੇ ਸ਼ੁਰੂ ਕਰ ਦਿੰਦੀਆਂ, ਕਿਉਂਕਿ ਇਕਲੌਤਾ ਕੱਲਾ ਹੀ ਬੇਟਾ ਸੀ ਜਿਹੜਾ ਵਾਰਿਸ ਸੀ, ਕੱਲਾ ਸੀ ਪੁੱਤ ਤੇ ਲਾਡਲਾ ਸੀ, ਤੇ ਸਾਰੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਨੇ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਤਹਿਕੀਕਾਤ ਦਾ ਆਗਾਜ਼ ਕਰਦੀ ਆ। ਇੱਕ ਮੁਕੱਦਮਾ 302 ਦਾ ਜਿਹੜਾ ਸ਼ੇਖ ਜ਼ੁਲਫਕਾਰ ਦੀ ਮੁਦੱਈਅਤ ਦੇ ਵਿੱਚ ਜ਼ੀਸ਼ਾਨ ਉਰਫ ਸ਼ਾਨੀ ਬੱਟ ਤੇ ਨਾਮਜ਼ਦ ਦਿੱਤਾ ਜਾਂਦਾ, ਔਰ ਇਹਦੇ ਵਿੱਚ 2 ਬੰਦੇ ਮਸ਼ਵਰਾ ਦੇਣੇ ਵਾਲਿਆਂ ਦੇ ਵਿੱਚ ਵੀ ਰੱਖ ਲਏ ਗਏ। ਉਹਨਾਂ ਦਾ ਨਾਮ ਨੌਮਾਨ ਬੱਟ ਤੇ ਉਸਮਾਨ ਬੱਟ। 109 ਦੇ ਵਿੱਚ ਉਹ ਮਸ਼ਵਰਾ ਦੇਣੇ ਵਾਲੇ ਰੱਖ ਲਿੱਤੇ। ਇਸ ਤਰ੍ਹਾਂ 3 ਬੰਦਿਆਂ ਦੇ ਉੱਤੇ ਪਰਚਾ ਦਰਜ ਹੋ ਗਿਆ। ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨੇ ਤਹਿਕੀਕਾਤ ਦਾ ਆਗਾਜ਼ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਜ਼ੀਸ਼ਾਨ ਜਿਹੜਾ ਆ ਇਹ ਫਰਾਰ ਹੋ ਚੁੱਕਿਆ ਸੀ, ਹਜੇ ਤੱਕ ਗ੍ਰਿਫਤਾਰ ਨਹੀਂ ਹੋਇਆ। ਜਦੋਂ ਉਹ ਗ੍ਰਿਫਤਾਰ ਹੋਏਗਾ ਫਿਰ ਵਜ੍ਹਾ ਪਤਾ ਲੱਗੇਗੀ। ਪਿਓ ਨੇ ਜੋ FIR ਦੇ ਵਿੱਚ ਜਿਹੜੀ ਵਜ੍ਹਾ ਲਿਖਾਈ ਆ ਉਹ ਇਹ ਲਿਖਾਈ ਆ ਕਿ ਮੇਰੇ ਪੁੱਤ ਨੇ 6 ਮਹੀਨੇ ਪਹਿਲਾਂ ਇਸ ਰੈਂਟ ਏ ਕਾਰ ਤੇ ਨੌਕਰੀ ਸ਼ੁਰੂ ਕੀਤੀ ਸੀ। ਕਿਉਂਕਿ ਜ਼ੀਸ਼ਾਨ ਜਿਹੜਾ ਉਰਫ ਸ਼ਾਨੀ ਬੱਟ ਉਹਨੂੰ ਇਸ ਰੈਂਟ ਏ ਕਾਰ ਤੋਂ ਕੱਢਿਆ ਸੀ ਔਰ ਮੇਰਾ ਪੁੱਤਰ ਇਹਦੀ ਜਗ੍ਹਾ ਤੇ ਲੱਗਿਆ ਸੀ। ਵਜ੍ਹਾ ਇਹ FIR ਦੇ ਵਿੱਚ ਲਿਖਾਈ ਗਈ, ਲੇਕਿਨ ਮੈਨੂੰ ਨਹੀਂ ਲੱਗਦਾ ਕਿ FIR ਦੇ ਵਿੱਚ ਜਿਹੜੀ ਇਹ ਵਜ੍ਹਾ ਲਿਖਾਈ ਆ ਇਹ ਸਹੀ ਹੋਏਗੀ, ਕਿਉਂਕਿ ਇੰਨੀ ਗੱਲ ਤੋਂ ਨਹੀਂ ਕੋਈ ਵੀ ਮਾਰ ਸਕਦਾ, ਕਿਉਂਕਿ ਨੌਕਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਜਿਹੜੇ ਬੰਦੇ ਨੂੰ ਕੱਢ ਦਿੱਤਾ ਉਹ ਤਾਂ ਨਿਕਲ ਗਿਆ, ਆਉਣ ਵਾਲੇ ਜਿਹੜੇ ਬੰਦੇ ਨੇ ਵੀ ਆਉਣਾ ਮਾਲਕ ਨੇ ਉਹਨੂੰ ਰੱਖਣਾ ਆ। ਤੇ ਲੇਕਿਨ ਜਾਣ ਵਾਲਾ ਬੰਦਾ ਐਡੀ ਦੁਸ਼ਮਣੀ ਨਹੀਂ ਕਰਦਾ ਹੈਗਾ, ਲੇਕਿਨ ਹੋ ਸਕਦਾ ਹੈ ਦੁਸ਼ਮਣੀ ਹੀ ਉਹਨੇ ਜ਼ਿੱਦ ਅਨਾਹ ਦਾ ਮਸਲਾ ਬਣਾ ਲਿਆ ਹੋਵੇ ਕਿ ਮੈਨੂੰ ਕੱਢਿਆ, ਇਹਨੇ ਇੱਥੇ ਨੌਕਰੀ ਕੀਤੀ, ਤੇ ਜਾਂ ਸ਼ਾਇਦ ਇਸ ਵਜ੍ਹਾ ਨਾਲ ਉਹਨੂੰ ਮਾਰ ਦਿੱਤਾ ਹੋਵੇ। ਲੇਕਿਨ ਇਹ ਸਾਰੀਆਂ ਤਹਿਕੀਕਾਤ ਕਰਨੇ ਤੋਂ ਬਾਅਦ ਹੀ ਪੁਲਿਸ ਇਸ ਕੇਸ ਨੂੰ ਸੁਲਝਾ ਸਕੇਗੀ ਕਿ ਵਜ੍ਹਾ ਅਨਾਦ ਕੀ ਬਣੀ ਜਦੋਂ ਉਹਨੂੰ ਪਕੜ ਲਿਆ। ਇਹ ਇੱਕ ਦਿਲਖਰਾਸ਼ ਵਾਕਿਆ ਸੀ ਕਿ 3 ਭੈਣਾਂ ਦਾ ਕੱਲਾ ਹੀ ਭਾਈ ਸੀ ਤੇ ਜਿਹਨੂੰ ਬੜੀ ਬੇਦਰਦੀ ਦੇ ਨਾਲ 2 ਗੋਲੀਆਂ ਮਾਮੂਲੀ ਗੱਲ ਤੋਂ ਮਾਰ ਕੇ ਤੇ ਮਾਰ ਦਿੱਤਾ। ਇਸ ਵੀਡੀਓ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਿ ਵਜ੍ਹਾ ਕੋਈ ਹੋਰ ਹੋ ਸਕਦੀ ਹੈ, ਅੰਦਰੂਨੀ ਖਾਨਾ, ਜਾਂ ਵਜ੍ਹਾ ਇਹੀ ਸੀ। ਔਰ ਉਸ ਬੰਦੇ ਨੇ ਰੋਜ਼ਾ ਨਹੀਂ ਤੋੜਿਆ, ਰੋਜ਼ੇ ਦੇ ਬਾਰੇ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦਾ ਇਜ਼ਹਾਰ ਦੱਸਣਾ ਕਿ ਉਹ ਰੋਜ਼ਾ ਤੋੜ ਸਕਦਾ ਸੀ ਜਾਂ ਨਹੀਂ। ਅਗਰ ਤੁਸੀਂ YouTube ਚੈਨਲ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾइब, लाइक और शेयर ज़रूर कर देना। और अगर फेसबुक पर तुसी वीडियो देख रहे हो इनू फॉलो ज़रूर कर लेना। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान च रखे। अस्सलामु अलैकुम व रहमतुल्लाहि व बरकातुहू।